मैं सर जिसले आपदे बेटे दी तस्वीर वेखना ना मेरा कला कोट राधा किशन के नजदीक 9वीं क्लास के तालिबे इल्म 15 साला उजैर को 40 लाख रुपए तावान अदा न करने पर इंतहाई बेदर्दी के साथ कत्ल कर दिया गया। कत्ल कर दे के रहना खड्डां दे विच फेंकिया लाश नहीं वेखी जांदी सी। ਤੁਹਾਡੇ ਬੱਚੇ ਕਿੰਨੇ ਨੇ? एक ही बेटा था। ਇੱਕ ਹੀ ਬੱਚਾ ਹੈ? एक ही बेटा है, 3 बेटियां ने। ਮੈਨੂੰ ਇਹ ਦੱਸੋ ਕਿਵੇਂ ਵਾਕਿਆ ਕਿਵੇਂ ਹੋ ਗਿਆ? ਬੱਚਾ ਕਰੋ ਗਿਆ ਕਿਵੇਂ? 15 ਸਾਲ ਉਮਰ ਵਾਲੇ ਕੋਈ ਉਮਰ ਨਹੀਂ ਹੈ। ਬੱਚੇ ਨੂੰ 19 ਤਰੀਕ ਵਾਲੇ ਦਿਨ ਕਾਲ ਆਂਦੀ ਰਹੀ ਹੈ 9-10 ਵਜੇ 3-4 ਕਾਲਾਂ ਆਈਆਂ ਨੇ ਵੀ ਰੱਤੀ ਪਿੰਡੀ ਰੱਤੀ ਪਿੰਡੀ ਆ 7 ਵਜੇ। ਉਸ ਬੱਚੇ ਨੇ ਆਪਣੇ ਤਾਏ ਦੇ ਬੇਟੇ ਨੂੰ ਕਿਹਾ ਕਿ ਆਪਾਂ ਰੱਤੀ ਪਿੰਡੀ ਜਾਣਾ ਹੈ। ਠੀਕ ਹੈ। ਦੋਵੇਂ 5-5:30 ਵਜੇ ਇੱਥੋਂ ਨਿਕਲੇ ਨੇ, ਹੱਲੜ ਕੇ ਚਲੇ ਗਏ ਨੇ। ਉੱਥੇ ਉਜ਼ੈਰ ਨੇ ਆਪਣੇ ਤਾਏ ਦੇ ਬੇਟੇ ਨੂੰ ਉਤਾਰ ਦਿਆ, ਅੱਗੇ ਉਹ ਕੱਲਾ ਰੱਤੀ ਪਿੰਡੀ ਚਲਾ ਗਿਆ। ਅੱਛਾ ਮੈਨੂੰ ਇਹ ਦੱਸੋ ਜਦੋਂ ਬੱਚਾ ਕਰੋ ਗਿਆ ਹੈ ਹਾਂਜੀ ਤੁਹਾਨੂੰ ਕੀ ਦੱਸ ਕੇ ਗਿਆ? ਸਾਨੂੰ ਕੋਈ ਇਲਮ ਨਹੀਂ ਜੀ, ਨਾ ਸਾਨੂੰ ਕੋਈ ਗੱਲ ਦੱਸੀ, ਨਾ ਰਸਤੇ ਦੇ ਵਿੱਚ ਤਾਏ ਦੇ ਬੇਟੇ ਨੂੰ ਦੱਸੀ ਗੱਲ। ਰੱਤੀ ਪਿੰਡੀ ਚਲਾ ਗਿਆ। ਰੱਤੀ ਪਿੰਡੀ ਜਾ ਕੇ ਬਰਗਲ ਉਹਨਾਂ ਖਾਦੇ ਨੇ। ਤਾਏ ਦੇ ਬੇਟੇ ਨੇ ਹੱਲੜ ਕਿਆਂ ਤੋਂ ਘੰਟੇ ਬਾਅਦ ਕਾਲ ਕੀਤੀ, ਉਜ਼ੈਰ ਵਾਪਸ ਨਹੀਂ ਆਇਆ। ਉਹਨੂੰ ਕਿਹਾ ਸੋ ਵੀ ਮੈਂ ਬਰਗਰ ਖਾ ਰਿਹਾ, ਬਰਗਰ ਖਾ ਕੇ ਤੇ ਮੈਂ ਵਾਪਸ ਆਣਾ। ਤਾਏ ਦੇ ਬੇਟੇ ਨੇ 15 ਮਿੰਟ ਉਡੀਕ ਕੇ ਫਿਰ ਕਾਲ ਕੀਤੀ ਏ ਤੇ ਉਜ਼ੈਰ ਦੀਆਂ ਦੋਵੇਂ ਸਿਮਾਂ ਬੰਦ ਨੇ। ਤਾਏ ਦੇ ਬੇਟੇ ਨੇ ਇੱਕ ਉੱਥੋਂ ਲੜਕਿਆਂ ਤੋਂ ਦੋਸਤ ਲਿਆ, ਉਹ ਦੋਵੇਂ ਰੱਤੀ ਪਿੰਡੀ ਜਾ ਕੇ ਪਤਾ ਕੀਤਾ। ਬਰਗਲ ਵਾਲੇ ਕੋਲ ਗਏ ਨੇ। ਬਰਗਲ ਵਾਲੇ ਨੇ ਆਖਿਆ ਵੀ ਜਿਹੜਾ ਤੁਹਾਡੇ ਨਾਲ ਤੁਹਾਡਾ ਕਜ਼ਨ ਆਉਂਦਾ ਸੀ ਉਹਨੂੰ ਮੈਂ ਪਛਾਣਨਾ, ਜਿਹੜਾ ਉਹਦੇ ਨਾਲ ਉਹਦਾ ਦੋਸਤ ਸੀ ਉਹਨੂੰ ਮੈਂ ਨਹੀਂ ਪਛਾਣਦਾ। ਉਹਨੇ ਮਾਸਕ ਲਾਇਆ ਸੀ, ਸਿਰ ਤੇ ਟੋਪੀ ਲਈ ਸੀ, ਉਹਨੇ ਆਪਣਾ ਮੂੰਹ ਛੁਪਾਇਆ ਸੀ। ਇੱਥੋਂ ਬਰਗਲ ਖਾ ਕੇ ਚਲੇ ਗਏ ਨੇ। ਉਹਨਾਂ ਇੱਥੇ ਆਏ ਨੇ, ਸਾਨੂੰ ਆਣ ਕੇ ਦੱਸਿਆ। ਇੱਥੋਂ ਅਸੀਂ ਗਏ ਹਾਂ, ਅਸੀਂ ਜਾ ਕੇ ਰੱਤੀ ਪਿੰਡੀਓਂ ਪਤਾ ਕੀਤਾ, ਹੱਲੜਕਾਂ 'ਚੋਂ ਪਤਾ ਕੀਤਾ, ਬਰਗਲ ਵਾਲੇ ਕੋਲ ਗਏ ਹਾਂ। ਬਰਗਲ ਵਾਲੇ ਨੇ ਇਹ ਗੱਲ ਆਖੀ ਹੈ ਵੀ ਇੱਥੋਂ ਤੁਹਾਡੇ ਮੁੰਡੇ ਨੂੰ ਮੈਂ ਜਾਣਨਾ, ਤੁਹਾਡੇ ਬੇਟੇ ਨੂੰ ਜਾਣਨਾ, ਜਿਹੜਾ ਉਹਦੇ ਨਾਲ ਦੋਸਤ ਹੈ ਉਹਨੂੰ ਮੈਂ ਨਹੀਂ ਜਾਣਦਾ। ਬਰਗਲ ਖਾ ਕੇ ਦੋਵੇਂ ਇੱਥੋਂ ਚਲੇ ਗਏ ਨੇ। ਹੱਲੜ ਕੇ ਆਏ ਨੇ। ਹੱਲੜ ਕੇ ਆਣ ਕੇ ਮੇਰੇ ਬੇਟੇ ਨੇ ਉਹਦੇ ਅੱਗੇ ਸਵਾਲ ਕੀਤਾ ਵੀ ਇੱਥੇ ਯਾਰ ਮੈਂ ਆਪਣੇ ਤਾਏ ਦੇ ਬੇਟੇ ਨੂੰ ਛੋੜਿਆ ਸੀ, ਉਹਨੂੰ ਨਾਲ ਲੈ ਕੇ ਚਲੀਏ। ਉਹ ਨਾਮੀ ਸ਼ਖਸ ਕਹਿ ਰਿਹਾ ਕਿ ਯਾਰ ਆਪਾਂ ਘਰ ਚਲੀਏ, ਘਰ ਜਾ ਕੇ ਤੇ ਵਾਪਸ ਉਹਨੂੰ ਲੈ ਜਾਂਦੇ। ਮੇਰਾ ਬੇਟਾ ਬਾਰ-ਬਾਰ ਸਰਾਰ ਕਰਦਾ। ਉਹਨੇ ਆਖਿਆ ਨਹੀਂ ਯਾਰ ਆਪਾਂ ਦੋਵੇਂ ਘਰ ਚਲੀਏ, ਫਿਰ ਆਣ ਕੇ ਉਹਨੂੰ ਲੈ ਜਾਂਦੇ। ਉੱਥੋਂ ਜੇ ਲੜਕਿਆਂ ਤੋਂ ਥੱਲੇ ਉਤਰ ਪਏ ਨੇ। ਥੱਲੇ ਉਤਰਦਿਆਂ ਹੀ ਉਹਨਾਂ ਮੇਰੇ ਬੇਟੇ ਨੂੰ ਜੀ ਛੁਰੀਆਂ ਦੇ ਨਾਲ ਕਤਲ ਕਰ ਦਿੱਤਾ। ਪਹਿਲੇ ਦਿਨ ਹੀ ਉਹਨੇ 19 ਤਰੀਕ ਨੂੰ 9:30 ਵਜੇ ਮੇਰੇ ਬੇਟੇ ਨੂੰ ਉਹਨੇ ਕਤਲ ਕਰ ਦਿੱਤਾ। ਕਤਲ ਕਰਨ ਤੋਂ ਬਾਅਦ ਤੇ ਮੇਰੇ ਬੇਟੇ ਦੇ ਮੋਬਾਈਲ ਸਿਮਾਂ ਬੰਦ ਕੀਤੀਆਂ ਨੇ। ਮੈਸੇਜ ਜਿਹੜੇ ਨੇ ਉਹ 40 ਲੱਖ ਦਾ ਬਾਰ-ਬਾਰ ਦੇ ਰਿਹਾ। ਉਹਨੂੰ ਅੱਗੋਂ ਅਸੀਂ ਮੈਸੇਜ ਕਰ ਰਹੇ ਹਾਂ ਤੂੰ ਸਾਨੂੰ ਆਪਣਾ ਅਕਾਊਂਟ ਨੰਬਰ ਦੇ ਦੇ ਜਾਂ ਕੋਈ ਜਗ੍ਹਾ ਦੱਸ ਦੇ ਜਿੱਥੇ ਅਸੀਂ 40 ਲੱਖ ਰੁਪਈਆ ਲੈ ਕੇ ਆ ਜਾਂਦੇ ਹਾਂ। ਰਾਤ ਦੇ 2:30 ਤੋਂ 3 ਵਜੇ ਅਸੀਂ 15 ਤੇ ਕਾਲ ਕੀਤੀ ਹੈ। ਕਾਲ ਕਰਕੇ ਉਸ ਤੋਂ ਬਾਅਦ ਜਾ ਕੇ ਦਰਖਾਸਤ ਲਿਖਾਈ ਹੈ। ਰੱਤੀ ਪਿੰਡੀ DSP ਸਾਹਿਬ ਵੀ ਆਏ ਨੇ, DPO ਵੀ ਆਏ ਨੇ, ਪੁਲਿਸ ਵੀ ਆਈ ਹੈ। ਉੱਥੇ ਬਰਗਲ ਵਾਲੇ ਨੂੰ ਬੁਲਾਇਆ। ਬਰਗਲ ਵਾਲੇ ਨੇ ਇਹ ਬਿਆਨ ਦਿੱਤੇ ਨੇ ਜੀ ਮੇਰੇ ਕੋਲ 2 ਨੇ ਬਰਗਲ ਖਾਦੇ ਨੇ। ਜਿਹੜਾ ਮੁੰਡਾ ਉਜ਼ੈਰ ਹੈ ਉਹ ਮੇਰੇ ਕੋਲ ਪਹਿਲੇ ਵੀ ਆਉਂਦਾ ਸੀ, ਜਿਹੜਾ ਦੂਸਰਾ ਆਦਮੀ ਹੈ ਉਹਨੂੰ ਮੈਂ ਨਹੀਂ ਪਛਾਣਦਾ। ਬਰਗਲ ਖਾ ਕੇ ਚਲੇ ਗਏ ਨੇ। DSP ਸਾਹਿਬ ਨੇ ਸਾਨੂੰ ਪੁੱਛਿਆ ਇੱਕ ਸਿਮ 126 ਨੰਬਰ ਦੀ ਚੱਲਦੀ ਪਈ, ਉਹ ਕਿੰਦੇ ਕੋਲ ਮਬੀਨ ਨਾਂ ਦੀ। ਅਸੀਂ ਕਿਹਾ ਜੀ ਉਹ ਮਬੀਨ ਬੇਟਾ ਜਿਹੜਾ ਬੱਚਾ ਜਿਹੜਾ ਉਹ ਇਸ ਟਾਈਮ ਮਲੇਸ਼ੀਆ ਦੇ ਵਿੱਚ ਹੈ। ਉਹਨੇ DSP ਸਾਹਿਬ ਨੇ ਕਿਹਾ ਕਿ ਉਹਦੇ ਭਾਈ ਨੂੰ ਜਾਂ ਉਹਦੇ ਬਾਪ ਨੂੰ ਬੁਲਾ ਕੇ ਲਿਆਓ, ਮਬੀਨ ਦੇ ਬਾਪ ਨੂੰ। ਉਹਦਾ ਭਾਈ ਉੱਥੇ ਹੀ ਸੀ ਜੀ। ਉਹਨੂੰ DSP ਦੇ ਸਾਹਮਣੇ ਕਰ ਦਿੱਤਾ। DSP ਸਾਹਿਬ ਨੇ ਉਹਨੂੰ ਆਖਿਆ ਮਬੀਨ ਦੇ ਨਾਂ ਦੀ ਸਿਮ ਚੱਲਦੀ ਪਈ, ਉਹ ਕਿੰਦੇ ਕੋਲ ਹੈ? ਉਹਨੇ ਕਿਹਾ ਕਿ ਸਾਡੇ ਕੋਲ ਨਹੀਂ ਹੈਗੀ। ਉਹਨੇ ਫਿਰ ਕਿਹਾ, ਉਹਨੇ ਆਖਿਆ ਨਹੀਂ ਸਾਡੇ ਕੋਲ ਨਹੀਂ ਹੈਗੀ। ਉਹਨੇ ਆਖਿਆ ਮਬੀਨ ਨਾਂ ਦੀ ਸਿਮ ਚੱਲਦੀ ਹੈ ਪਈ। ਫਿਰ ਮਬੀਨ ਦਾ ਭਾਈ ਜਿਹੜਾ ਮਨੀਰ, ਉਹਨੇ ਕਿਹਾ ਕਿ ਉਹਨੇ 20 ਤਰੀਕ ਦੀ ਸ਼ਾਮ ਨੂੰ 8 ਵਜੇ ਮਲੇਸ਼ੀਆ 'ਚੋਂ ਲਾਹੌਰ ਉਤਰਨਾ ਹੈ। DSP ਨੇ ਸਾਹਿਬ ਨੇ ਕਿਹਾ ਕਿ ਉਹ ਤਾਂ 18 ਤਰੀਕ ਦਾ ਪਾਕਿਸਤਾਨ 'ਚ। ਫਿਰ ਜਿਸਲੇ ਇੱਥੋਂ ਪੁਲਿਸ ਮਨੀਰ ਦਾ ਮਬੀਨ ਦੇ ਭਾਈ ਦਾ ਪਤਾ ਕਰਕੇ ਵਾਪਸ ਗਈ ਏ, ਉਸ ਤੋਂ ਬਾਅਦ ਜੀ ਮਬੀਨ ਦੀ ਭੈਣ ਨੇ ਕਾਲ ਕੀਤੀ ਏ ਕਿ ਪੁਲਿਸ ਆ ਗਈ ਜੇ, ਅੱਗੇ ਪਿੱਛੇ ਹੋਇਓ। ਫਿਰ ਜੀ DSP ਨੇ ਕਿਹਾ ਕਿ ਤੁਹਾਡਾ ਡੇਟਾ ਮੈਂ ਕਢਵਾਇਆ 1:30 ਵਜੇ ਤੇ ਤੂੰ ਆਪਣੇ ਭਰਾ ਨੂੰ ਮਬੀਨ ਨੂੰ ਕਾਲ ਪਿਆ ਕਰਨਾ 10 ਵਜੇ।
ਵੀ ਆਪਣਾ ਪਰਚੇ ਤੋਂ ਬਚ ਗਏ ਆ, ਆਪਣਾ ਪਰਚਾ ਨਹੀਂ ਹੋਇਆ। ਇੱਕੀ ਤਰੀਕ ਵਾਲੇ ਦਿਨ ਵੀ ਨਹੀਂ ਮਬੀਨ ਨੇ ਲਾਸ਼ ਦੱਸੀ, 22 ਤਰੀਕ ਵਾਲੇ ਦਿਨ ਵੀ ਨਹੀਂ ਲਾਸ਼ ਦੱਸੀ, 23 ਤਰੀਕ ਵਾਲੇ ਦਿਨ ਸਵੇਰ ਅਸੀਂ ਉੱਠੇ ਆ, ਸਾਨੂੰ ਜੀ ਥਾਣਿਓਂ ਕਾਲ ਆ ਗਈ ਵੀ ਜਲਦੀ ਥਾਣੇ ਆਓ। ਅਸੀਂ ਥਾਣੇ ਗਏ ਆ ਜੀ, ਕੋਟ ਰਾਧਾ ਕਿਸ਼ਨ ਉੱਥੋਂ ਚੌਂਕੀ ਪੁੱਚਰ ਦੇ ਵਿੱਚੋਂ ਗੱਡੀ ਲੈ ਕੇ ਪੁਲਿਸ ਵਾਲਾ ਆਇਆ, ਉਹਨੇ ਸਾਨੂੰ ਕੋਟ ਰਾਧਾ ਕਿਸ਼ਨ ਤੋਂ ਬਿਠਾ ਲਿਆ। ਉਹ ਛਾਂਗਾ ਮਾਂਗਾ ਲੈ ਗਿਆ, ਛਾਂਗਾ ਮਾਂਗਾ ਥਾਣੇ ਦੇ ਵਿੱਚ ਗਏ ਆ, ਮਬੀਨ ਬੈਠਾ, ਮਬੀਨ ਦੇ ਸਾਹਮਣੇ ਸਾਨੂੰ ਉਹਨਾਂ ਕੀਤਾ। ਪੁਲਿਸ ਵਾਲਿਆਂ ਨੇ ਆਖਿਆ ਦੱਸ ਇਹਨਾਂ ਨੂੰ ਮੈਂ ਕਤਲ ਕਿਵੇਂ ਕੀਤਾ। ਉਹਨੇ ਕੀ ਦੱਸਿਆ ਵੀ ਜਿਸਲੇ ਬਰਗਰ ਖਾ ਕੇ ਤੇ ਅਸੀਂ ਵਾਪਸ ਪਿੰਡ ਨੂੰ ਹਟੇ ਹਾਂ, ਲੜਕਿਆਂ ਤੋਂ ਥੱਲੇ ਉਤਰਿਆ ਤੇ ਪਹਿਲੇ ਦਿਨ ਹੀ ਮੈਂ ਉਹਨੂੰ ਕਤਲ ਕਰ ਦਿੱਤਾ। ਉਸ ਤੋਂ ਬਾਅਦ ਤੇ ਮੈਂ ਪੈਸਿਆਂ ਦਾ ਮੈਸੇਜ ਇਹਨਾਂ ਦੇ ਬੇਟੇ ਦੇ ਮੋਬਾਈਲ ਤੋਂ ਹੀ ਮੈਸੇਜ ਕਰਦਾ ਰਿਹਾ, ਬਾਰ-ਬਾਰ 40 ਲੱਖ ਦਾ ਮੈਸੇਜ ਕਰਦਾ ਰਿਹਾ। ਅਗਰ ਤੁਹਾਨੂੰ ਕਹਿੰਦਾ ਵੀ ਤੁਹਾਡਾ ਬੇਟਾ ਜ਼ਿੰਦਾ ਹੈ, 40 ਲੱਖ ਰੁਪਏ ਲੈ ਜਾਓ, ਕੀ ਕਰੋ? 40 ਲੱਖ ਇਕੱਠਾ ਕਰ ਲਓ, ਦੇ ਦਿਓ। ਬੇਟੇ ਤੋਂ ਕੋਈ ਚੀਜ਼ ਚੰਗੀ ਨਹੀਂ ਸੀ, ਉਹਨੂੰ ਬਾਰ-ਬਾਰ ਇਹ ਗੱਲ ਕਹਿ ਰਿਹਾ ਸਾਂ ਵੀ ਜਿਸਲੇ ਉਹ ਮੈਸੇਜ ਕਰਦਾ ਸੀ 40 ਲੱਖ ਦਾ, ਉਹਨੂੰ ਇਹ ਕਰਦੇ ਸਾਂ ਵੀ ਅਕਾਊਂਟ ਨੰਬਰ ਦੇ ਦੇ ਜਾਂ ਤੂੰ ਆਪਣਾ ਜਗ੍ਹਾ ਦੱਸ ਦੇ, ਅਸੀਂ ਪੈਸੇ ਪਹੁੰਚਾ ਦਿੰਦੇ ਹਾਂ, ਸਾਡੇ ਬੱਚੇ ਨਾਲ ਗੱਲ ਕਰਵਾ ਦੇ। ਉਹ ਕਹਿ ਰਿਹਾ ਸੀ ਕਿ ਤੁਹਾਨੂੰ ਯਕੀਨ ਨਹੀਂ ਕਿ ਤੁਹਾਡੇ ਬੇਟੇ ਤੋਂ ਹੀ ਤਾਂ ਮੈਸੇਜ ਮੋਬਾਈਲ ਤੋਂ ਮੈਸੇਜ ਆ ਰਿਹਾ ਹੈ। ਜਦੋਂ ਬੱਚੇ ਦੀ ਲਾਸ਼ ਦੇਖੀ ਜਾ ਕੇ ਕੀ ਤਾਸਰਾਤ? ਲਾਸ਼ ਕੇ ਜੇ ਗਰਮੀ ਦੇ ਵਿੱਚ ਲਾਸ਼ ਪਈ, ਲਾਸ਼ ਹੀ ਖਰਾਬ ਹੋਈ ਪਈ ਸੀ, 3 ਦਿਨ ਚੋਂ ਪਈ ਰਹੀ ਖੋਲਿਆਂ ਦੇ ਵਿੱਚ, ਲਾਸ਼ ਖਰਾਬ ਹੋਈ ਪਈ ਸੀ। ਅੱਛਾ ਮੈਨੂੰ ਦੱਸੋ ਬੱਚਾ ਕਰਦਾ ਕੀ ਸੀ? ਬੱਚਾ ਪੜ੍ਹਦਾ ਸੀ ਜੀ 9ਵੀਂ ਕਲਾਸ ਦੇ ਵਿੱਚ। ਉਜ਼ਾਰ ਕਿੱਥੇ ਪੜ੍ਹਦਾ ਸੀ? ਚੂੰਗ, ਲਾਹੌਰ। ਹਾਂਜੀ ਜਦੋਂ ਤੁਸੀਂ ਦੇਖਿਆ ਕਿ ਬੱਚਾ ਨਹੀਂ ਮਿਲ ਰਿਹਾ, ਹਾਂਜੀ ਸਾਰੇ ਪਾਸੇ ਲੱਭਿਆ, ਮਸੀਤਾਂ ਵਿੱਚ ਐਲਾਨ ਕਰਵਾਏ, ਤੇ ਦਿਲ ਨੂੰ ਖੋਹ ਤਾਂ ਪੈਂਦੀ ਹੋਏਗੀ ਯਾਰ ਕਿੱਧਰ ਗਿਆ ਚਲਾ? ਕਲੇਜਾ ਪਾੜ ਗਿਆ ਜੀ, ਕਲੇਜਾ ਪਾੜ ਗਿਆ। ਇੱਕ ਹੀ ਬੇਟਾ ਸੀ, ਕਲੇਜਾ ਪਾੜ ਗਿਆ ਜੀ। ਕਿਹੜੀ ਇਸ ਤਰ੍ਹਾਂ ਦੀ ਗੱਲ ਜਿਹੜੀ ਸਭ ਤੋਂ ਜ਼ਿਆਦਾ ਤੁਹਾਨੂੰ ਯਾਦ ਆਉਂਦੀ ਹੋਵੇ, ਨਾਲ ਰੋਂਦੇ ਹੋ ਕਿ ਯਾਰ ਕੱਲ ਮੈਨੂੰ ਬਾਬਾ ਅੱਬੂ ਕਹਿੰਦਾ ਸੀ, ਅੱਜ ਹੈਗਾ ਹੀ ਨਹੀਂ ਤਾਂ? ਮੈਂ ਸਰ ਜਿਸਲੇ ਆਪਦੇ ਬੇਟੇ ਦੀ ਤਸਵੀਰ ਵੇਖ ਨਾ ਮੇਰਾ ਕਲਾ ਭਰ ਗਿਆ। ਮੇਰਾ ਬੇਟਾ ਜੀ ਐਡਾ ਪਿਆਰ ਕਰਦਾ ਸੀ, ਐਡਾ ਹਸੀਨ ਸੀ। ਜਿਸਲੇ ਮੈਂ ਆਪਦੇ ਬੇਟੇ ਨੂੰ ਉਹ ਤਸਵੀਰ ਵੇਖਣਾ ਮੇਰਾ ਕਲਾ ਪਾੜ ਜਾਂਦਾ। ਮੈਂ ਤਾਂ ਕਰੋੜ ਰੁਪਈਆ ਵੀ ਮੰਗਦੇ ਜੀ, ਮੈਂ ਆਪਣਾ ਵੇਚ ਕੇ ਕਰੋੜ ਰੁਪਈਆ ਵੀ ਦੇ ਦੇਣਾ ਸੀ, ਮੇਰੇ ਬੱਚੇ ਨੂੰ ਨਾ ਮਾਰ ਦੇ। ਅੱਛਾ ਸਰ, ਤੁਸੀਂ ਬੱਚੇ ਦੇ ਚਾਚਾ ਜੀ ਹੋ ਜੀ। ਮੈਨੂੰ ਇਹ ਦੱਸੋ ਕਿ ਜਦੋਂ ਮਸਲਾ ਸਾਰਾ ਬਣ ਗਿਆ ਜੀ ਤੇ ਤੁਸੀਂ ਜਦੋਂ ਲੱਭੇ ਤੇ ਕਿਸ ਤਰ੍ਹਾਂ ਲੱਭਿਆ ਤੁਸੀਂ, ਮਤਲਬ ਕਿ ਫਿਰ ਪੁਲਿਸ ਨੂੰ ਕਿਸ ਤਰ੍ਹਾਂ ਜਾ ਕੇ ਦੱਸਿਆ? ਇਹ ਸਾਰੀ ਕਹਾਣੀ ਦੱਸੋ। 8 ਵਜੇ ਜਾਂ 8:30 ਵਜੇ ਆਇਆ, ਮੇਰੇ ਭਾਈ ਬਾਹਰ ਬੈਠੇ ਨੇ। ਮੈਂ ਸਰ ਪੁੱਛਿਆ ਕੀ ਗੱਲ, ਪਰੇਸ਼ਾਨ ਕਿਉਂ ਬੈਠੇ ਜੀ? ਕਹਿ ਰਹੇ ਯਾਰ ਜ਼ਹਿਰ ਕੇ ਰਹਿਣਾ, ਘਰ ਨਹੀਂ ਆਇਆ ਹੈਗਾ ਤਾਂ ਉਹਦਾ ਨੰਬਰ ਬੰਦ ਜਾ ਰਿਹਾ ਹੈ। ਸਰ ਮੇਰੇ ਕਲੇਜੇ ਦੇ ਵਿੱਚ ਇੰਨੀ ਖੇ ਪਈ, ਮੈਨੂੰ ਪੁੱਤਰਾਂ ਨਾਲੋਂ ਵੱਧ ਸੀ। ਉਸੇ ਟਾਈਮ ਭਾਈ ਕਾਲ ਕੀਤੀ ਮੈਂ ਲੜਕੀ ਉਹਦੇ ਦੋਸਤ ਨੂੰ, ਮੈਂ ਕਿਹਾ ਭਾਈ ਜ਼ਹਿਰ ਨਹੀਂ ਆ ਰਿਹਾ, ਉਹਦਾ ਨੰਬਰ ਬੰਦ ਜਾ ਰਿਹਾ ਹੈ। ਸਰ ਉਸੇ ਟਾਈਮ ਮੋਟਰਸਾਈਕਲ ਫੜੀ, ਉਹਦਾ ਦੋਸਤ ਕਿਹੜਾ ਨਾਲ ਗਿਆ ਸੀ, ਉਹਨੂੰ ਨਾਲ ਬਿਠਾਇਆ, ਰੱਤੀ ਪਿੰਡੀ ਗਏ ਆ। ਰੱਤੀ ਪਿੰਡੀ ਜਾ ਕੇ ਸਰ ਉਹਦੀ ਪੂਰੀ ਤਲਾਸ਼ ਕੀਤੀ ਹੈ, ਉੱਥੋਂ ਜ਼ਹਿਰ ਸਾਨੂੰ ਨਹੀਂ ਮਿਲਿਆ ਹੈਗਾ। ਉੱਥੇ ਰੱਤੀ ਪਿੰਡੀ ਦੇ ਵਿੱਚ ਸਰ ਬਹਿ ਕੇ ਕਿਹੜਾ ਹੈ ਨਾ ਮੈਸੇਜ ਕੀਤਾ ਹੈ ਵੀ ਜ਼ਹਿਰ ਯਾਰ ਮਾਹੌਲ ਨਹੀਂ ਹੈਗਾ, ਸਾਨੂੰ ਮਾਹੌਲ ਨਾ ਕਰ ਯਾਰ, ਸਾਨੂੰ ਪਰੇਸ਼ਾਨ ਨਾ ਕਰ, ਕਿੱਥੇ ਹੈਗਾ ਯਾਰ, ਆਈਆ ਯਾਰ, ਤੇਰਾ ਅੱਬੂ ਮਰ ਜੂਦਾ ਨਹੀਂ ਤਾਂ ਤੇਰੀਆਂ ਭੈਣਾਂ ਮਰ ਜੂਦੀਆਂ। ਸਰ ਉਹਨੇ ਉਹ ਬੋਲਿਆ ਹੈਗਾ ਅੱਗੋਂ ਮੈਸੇਜ ਵਾਲੇ ਨੇ ਇਕੱਲਿਆ ਤੁਹਾਡਾ ਹਜੇ ਮੁੰਡਾ ਪਕੜ ਲਿਆ, ਫੜ ਲਿਆ, 40 ਲੱਖ ਰੁਪਈਆ ਦਿਓ, ਤੁਹਾਡਾ ਬੱਚਾ ਹੀ ਛੱਡ ਦਿਆ, ਤੇ ਨਾ ਦਿਓ ਦੇ ਅਸੀਂ ਤੁਹਾਡਾ ਬੱਚਾ ਅਗਲੀ ਵੱਡੀ ਗੇਮ ਨੂੰ ਦੇ ਦਿਆ ਦੇ। ਅਸੀਂ ਸਰ ਕਿਹਾ ਉਹਨਾਂ ਨੂੰ ਅਕਾਊਂਟ ਨੰਬਰ ਦਿਓ, ਤੁਸੀਂ ਅਕਾਊਂਟ ਨੰਬਰ ਨਹੀਂ ਦਿੰਦੇ, ਸਾਨੂੰ ਟਿਕਾਣਾ ਦੱਸੋ, ਅਸੀਂ ਕਿਸ ਟਿਕਾਣੇ ਦੇ ਪੈਸੇ ਲੈ ਦੇ ਆਈਏ। ਮੋਬਾਈਲ ਉਹਨੇ ਫਿਰ ਬੰਦ ਕਰਤਾ, ਮੈਸੇਜ ਨਹੀਂ ਕੀਤਾ ਹੈਗਾ। ਅਸੀਂ ਸਾਰੇ 2, 2:30, 3 ਵਜੇ ਤੱਕ ਉਹਨੂੰ ਦੇਖਦੇ ਰਹੇ ਹਾਂ ਵੀ ਹੁਣ ਆਦਾ ਅਸੀਂ ਮੈਸੇਜ ਕਰਦੇ, ਹੁਣ ਨਹੀਂ ਕਰਦਾ ਸੀ। ਫਿਰ ਉਹਨੇ ਮੈਸੇਜ ਕੀਤਾ, ਸਰ ਉਹਨੇ ਆਖਿਆ ਵੀ 40 ਲੱਖ ਰੁਪਈਆ ਦਿੰਦੇ ਜੇ ਕਿ ਅਸੀਂ ਵੱਡੀ ਟੀਮ ਨੂੰ ਦੇ ਦਈਏ। ਫੈਸਲਾਬਾਦ ਪਹੁੰਚ ਗਏ ਅਸੀਂ ਸਾਰੇ ਕਾਲ ਚਲਾ ਦਿੱਤੀ ਹੈ। ਕਦੋਂ ਕਾਲ ਚਲਾਈ ਹੈਗੀ ਹੈ, ਕੱਚੀ ਕੋਠੀ ਵਾਲਿਆਂ ਨੇ ਕਿਹਾ ਵੀ ਛੇਤੀ ਨਾਲ ਥਾਣੇ ਆਇਓ। ਉੱਥੇ ਜਾ ਕੇ ਸਾਰਾ ਹੀ ਦਰਖਾਸਤ ਹੁੰਦੀ ਲਿਖਾਈ ਹੈ। 19 ਤਰੀਕ ਵਾਲੇ ਦਿਨ ਇਹ ਕੰਮ ਬਣਿਆ, 20 ਤਰੀਕ ਵਾਲੇ ਦਿਨ ਉਹ ਮੁੰਡਾ ਪਕੜਿਆ ਗਿਆ। 19 ਤਰੀਕ ਵਾਲੇ ਦਿਨ ਹੀ ਸਰ ਉਹਨੇ ਕਤਲ ਕਰ ਦੇ ਕੇ ਰਹਿ ਨਾ ਖੱਡਾਂ ਦੇ ਵਿੱਚ ਫੈਂਕਿਆ ਸੀ ਲੜਕਿਆਂ ਦੇ ਥੱਲੇ।
ਸਰ ਉਹਦੇ ਦਾ ਅੱਲਾ ਮਾਫ ਕਰੇ ਜਾਂ ਲਾਸ਼ ਨਹੀਂ ਵੇਖੀ ਜਾਂਦੀ ਸੀ। ਉਸ ਤੋਂ ਬਾਅਦ ਹੈਗਾ ਕਦੋਂ ਪਕੜਿਆ ਗਿਆ ਲਾਸ਼ ਉਹਨੇ ਪਕੜਾਈ ਇਹਨਾਂ ਦਾ ਬੇਟਾ ਮਾਰਿਆ ਕੀ ਦੁੱਖ ਹੈ। ਉਹਨੇ ਕਿਹਾ ਮੈਨੂੰ ਕੋਈ ਦੁੱਖ ਨਹੀਂ ਹੈਗਾ ਸੀ, ਸਿਰਫ ਮੈਂ ਪੈਸਿਆਂ ਵਾਸਤੇ ਮਾਰਿਆ ਹੈਗਾ, ਮੈਨੂੰ ਪੈਸਿਆਂ ਦੀ ਜ਼ਰੂਰਤ ਸੀ, ਮੈਂ ਵੇਸ਼ੀਆਂ ਦੇ ਵਿੱਚੋਂ ਆਇਆ ਤਾਂ ਮੈਂ ਤਾਂ ਮਾਰਿਆ, ਮੈਨੂੰ ਪੈਸੇ ਨਹੀਂ, ਮੇਰੇ ਕੋਲ ਪੈਸੇ ਨਹੀਂ ਆਏ ਸੀ। ਸਰ 24 ਤਰੀਕ ਦੀ ਹੋ ਰਹੀ ਕਿ ਉਹਨੇ ਟਿਕਟ ਵਾਪਸ ਕਰਾਈ, ਬਾਹਰੋਂ ਬਾਹਰ ਕੰਮ ਕਰਦੇ ਮੈਂ ਵਾਪਸ ਵੀ ਹੋ ਜਾਵਾਂ। ਤੁਸੀਂ ਉਹਨੂੰ ਕਿਹਾ ਨਹੀਂ ਤੂੰ ਘਰ ਵਾਲਾ ਜਮਾ ਸਾਰੇ ਕਰਾਵੇਂ। ਘਰ ਵਾਲੇ ਉਹਦੀ ਮਾਂ ਨੂੰ ਵੀ ਪਤਾ ਹੈ, ਉਹਦੇ ਤਾਏ ਨੂੰ ਵੀ ਪਤਾ ਹੈ, ਉਹਨਾਂ ਸਭ ਨੂੰ ਪਤਾ ਹੈਗਾ। ਜਦੋਂ ਹੁਣ ਘਰ ਆਉਂਦੇ ਉਹ ਘਰ ਵਾਲੇ ਕਹਿੰਦੇ ਨੇ ਸਰ ਲੈ ਕੇ ਉਹ ਉਜ਼ੈਰ ਨੂੰ। ਸਰ ਮੈਂ ਤੈਨੂੰ ਦੱਸਿਆ ਵੀ ਅਸੀਂ 4-5 ਦਿਨ ਰਾਤ ਦਿਨ ਇੱਕ ਘਰ ਛੱਡੀਏ, ਮੈਂ ਆਪਣੇ ਘਰ ਨਹੀਂ ਜਾਂਦਾ ਹੈਗਾ, ਆਪਣੀਆਂ ਪਤਰੀਆਂ ਨੂੰ ਸਰ ਨਹੀਂ ਵੇਖ ਸਕਦਾ। ਮੇਰੀਆਂ ਪਤਰੀਆਂ ਗੁਲਾਬ ਦਾ ਫੁੱਲ ਕਦੋਂ ਆਉਂਦਾ ਸੀ, ਮੇਰੀਆਂ ਪੁੱਤਰ ਮੇਰੀਆਂ ਧੀਆਂ ਕਦੀਆਂ ਖੁਸ਼ ਹੁੰਦੀਆਂ ਸੀ। ਹੁਣ ਮੇਰੀਆਂ ਧੀਆਂ ਮੈਂ ਕਦੋਂ ਘਰ ਜਾਣਾ, ਮੇਰੀਆਂ ਧੀਆਂ ਦੀ ਮਿਹਨਤ ਲੈ ਗਈ, ਸਾਰੀ ਉਮਰਾਂ ਕਿਵੇਂ ਹੋਵੇ ਭਰਾ ਨੂੰ ਤਰਸਣਦੀਆਂ। ਸਾਡੇ ਬੱਚੇ ਨਾਲ ਬਹੁਤ ਜ਼ੁਲਮ ਹੋਇਆ, ਸਾਡੇ ਨਾਲ ਸਰ ਬਹੁਤ ਜ਼ੁਲਮ ਹੋਇਆ। ਸਾਡੇ ਮਸਾਏ ਸੀ, ਇਹਨਾਂ ਨੇ ਜ਼ੁਲਮ ਉਹ ਕੀਤਾ ਸਰ ਕਿ ਸਾਡੇ ਨਾਲ ਕਿਸੇ ਵੀ ਨਹੀਂ। ਹਾਂ ਸਾਡੇ ਨਾਲ ਕੋਈ ਇਹਨਾਂ ਦਾ ਮੁਤਾਲਬਾ ਹੁੰਦਾ, ਲੜਾਈ ਹੁੰਦੀ, ਸਾਡੀ ਔਰਤ ਦੀ ਹੁੰਦੀ, ਸਾਡੇ ਬੱਚੇ ਦੀ ਹੁੰਦੀ, ਸਾਡੀ ਹੁੰਦੀ ਸਰ ਫੇਰ ਸੀ। ਸਾਡੇ ਬੱਚੇ ਨੂੰ ਉਹਨੇ ਭਾਜੀ ਇਹਨਾਂ ਨੇ ਪਤਾ ਨਹੀਂ ਕਦੋਂ ਦੀ ਹੈਗਾ ਮੀਟਿੰਗ ਬਣਾਉਣ ਲੱਗੇ ਨੇ ਸਰ ਸਾਰੇ ਜਣੇ, ਇਹਨਾਂ ਨੂੰ ਬੱਚੇ ਨੂੰ ਉਧਰੋਂ ਮੰਗਾ ਦੇ ਮਲੇਸ਼ੀਆ ਦੇ ਵਿੱਚੋਂ ਇਹਨਾਂ ਨੇ ਮੀਟਿੰਗ ਕੀਤੀ ਦਵਾਇਆ। ਔਰ ਸਰ ਸਾਡਾ ਬੱਚਾ ਐਵੇਂ ਕਤਲ ਨਹੀਂ ਕਰ ਸਕਦੇ ਸੀ, ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ।